ਪੰਜਾਬੀ ਲੋਕਧਾਰਾ ਪਰਿਵਾਰ ਨਾਲ ਜੁੜੇ ਹੋਏ ਸਾਰੇ ਪਿਆਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਵੀ ਭਾਰਤੀ ਪੱਧਰ 'ਤੇ ਪੰਜਾਬੀ ਸਾਹਿਤ ਜਿਹੜਾ ਹੈ ਉਹਦੀ ਕੀ ਪਹਿਚਾਣ ਜਾਂ ਕੀ ਪਛਾਣ ਬਣਦੀ ਹੈ, ਇਹਦੇ ਬਾਰੇ ਮੇਰੇ ਮਨ 'ਚ ਕਈ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਨੇ। ਮੈਂ ਇਸ ਬਾਰੇ ਤੁਹਾਡੇ ਨਾਲ ਜਿਹੜਾ ਹੈ ਸੰਵਾਦ 'ਚ ਗੱਲਾਂ ਕਰ ਲਾਂਗਾ। ਇਹ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਹ ਵਿੱਚ ਮੇਰਾ ਆਪਣਾ ਕੁਝ ਨਹੀਂ, ਲੇਕਿਨ ਇੱਕ ਵਿਕਾਸ ਹੈ ਜਿਹੜਾ ਬੜਾ ਲੰਬੇ ਸਮੇਂ ਤੋਂ ਮਤਲਬ ਕਿ ਉਸ ਦੇ ਤਹਿਤ ਇਹ ਗੱਲਾਂ ਜਿਹੜੀਆਂ ਹੈਗੀਆਂ ਸਾਹਮਣੇ ਆਈਆਂ ਨੇਗੀਆਂ। ਉਹਦਾ ਮੁੱਖ ਕਾਰਨ ਤਾਂ ਇਹ ਹੈ ਕਿ ਮੈਂ ਭਾਰਤ ਦੀ ਬਹੁਤ ਵੱਡੀ ਯੂਨੀਵਰਸਿਟੀ ਅਲੀਗੜ੍ਹ, ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਦੇ ਵਿੱਚ ਰੋਜੀ ਰੋਟੀ ਦੀ ਖਾਤਰ ਉੱਥੇ ਆਪਣੀ ਇੱਕ ਨੌਕਰੀ ਕਰਦਾ। ਪਰ ਮੇਰਾ ਜਿਹੜਾ ਡਿਪਾਰਟਮੈਂਟ ਹੈ, ਜਿਹੜਾ ਵਿਭਾਗ ਹੈ, ਉਹ ਮਲਟੀ ਲੈਂਗੁਏਜ ਮਲਟੀ ਕਲਚਰ ਦਾ ਇੱਕ ਵਿਭਾਗ ਹੈ, ਜਿਹਦੇ ਵਿੱਚ ਪੰਜਾਬੀ ਜਿਹੜੀ ਹੈਗਾ ਉਹਦਾ ਇੱਕ ਹਿੱਸਾ ਹੈ। ਇਸ ਵਿਭਾਗ ਨੂੰ ਅੰਗਰੇਜ਼ੀ ਦੇ ਵਿੱਚ ਨਾ ਉੱਥੇ ਅੰਗਰੇਜ਼ੀ 'ਚ ਹੀ ਚੱਲਦਾ ਹੈ, ਮਾਡਰਨ ਇੰਡੀਅਨ ਲੈਂਗੁਏਜ ਕਿਹਾ ਜਾਂਦਾ ਹੈ। ਪਰ ਜਦੋਂ ਆਪਾਂ ਇਹਨਾਂ ਟਰਾਂਸਲੇਸ਼ਨ ਕਰਦੇ ਹਾਂ ਤਾਂ ਭਾਰਤੀ ਜਿਹੜੀਆਂ ਸਾਡੀਆਂ ਆਧੁਨਿਕ ਭਾਰਤੀ ਭਾਸ਼ਾਵਾਂ ਦਾ ਵਿਭਾਗ ਹੈ ਇਹ। ਪਤਾ ਨਹੀਂ ਇਹ ਕਿਉਂ ਇਹਦਾ ਨਾਮ ਮਾਡਰਨ ਇੰਡੀਅਨ ਲੈਂਗੁਏਜ ਰੱਖਤਾ, ਪਰ ਇਹਦੇ ਵਿੱਚ ਤੇਲਗੂ, ਤਾਮਿਲ, ਮਲਿਆਲਮ, ਮਰਾਠੀ, ਕਸ਼ਮੀਰੀ, ਬੰਗਲਾ, ਪੰਜਾਬੀ 7 ਭਾਸ਼ਾਵਾਂ ਪੜ੍ਹਾਈਆਂ ਜਾਂਦੀਆਂ ਨੇਗੀਆਂ। ਇਹ ਚਲੋ ਕੋਈ UGC ਦੀ ਆਪਣੀ ਹੋਣੀ ਹੈ ਤਾਂ ਕਰਕੇ ਇਹਦਾ ਨਾਂ ਮਾਡਰਨ ਇੰਡੀਅਨ ਲੈਂਗੁਏਜ ਰੱਖਤਾ, ਲੇਕਿਨ ਸਾਰੀਆਂ ਭਾਸ਼ਾਵਾਂ ਜਿਹੜੀਆਂ ਹੈਗੀਆਂ ਨੇਗੀਆਂ ਇਹ ਆਪਣੇ ਆਪ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਮਤਲਬ ਕਿ ਇਤਿਹਾਸ ਹੈ। ਇਹ ਆਧੁਨਿਕ ਨਹੀਂ ਹੈਗੀਆਂ। ਉੱਥੇ ਇਹ ਮਤਲਬ ਕਿ ਗੱਲ ਜਿਹੜੀ ਹੈ ਬੜੀ ਸਪਸ਼ਟ ਰੂਪ 'ਚ ਆਉਂਦੀ ਹੈ ਵੀ ਜਦੋਂ 7 ਭਾਸ਼ਾਵਾਂ ਤਾਂ ਸਾਡੇ ਕੋਲ ਹੀ ਨੇ, ਤਾਂ 7 ਭਾਸ਼ਾਵਾਂ, ਫਿਰ ਉਹਨਾਂ ਦਾ ਸਾਹਿਤ, ਫਿਰ ਉਹਨਾਂ ਦਾ ਕਲਚਰ, ਫਿਰ ਉਹਨਾਂ ਦਾ ਜੋ ਵੀ ਕੁਝ ਉਹਨਾਂ ਦੇ ਵਿੱਚ ਉਹਨਾਂ ਇਤਿਹਾਸ ਵਿੱਚ ਕੀ ਲਿਖਿਆ ਗਿਆ, ਮੱਧਕਾਲੀਨ ਦੇ ਵਿੱਚ ਕੀ ਲਿਖਿਆ ਗਿਆ, ਅੱਜ ਮਾਡਰਨ ਸਮੇਂ ਵਿੱਚ ਕੀ ਲਿਖਿਆ ਜਾ ਰਿਹਾ ਹੈ, ਯੁਵਾ ਉਹਨਾਂ ਦੇ ਸਾਹਿਤਕਾਰ ਕੀ ਕਰ ਰਹੇ ਨੇ। ਸਿਰਫ ਕਹਿੰਦਾ ਇਹ ਮਤਲਬ ਹੈ ਕਿ ਉਹ ਅਸੀਂ ਉਹਨਾਂ ਦੇ ਨਾਲ ਵਿਚਰਦੇ ਰਹਿਣੇ। ਜਦੋਂ ਅਸੀਂ ਦੂਸਰੀਆਂ ਭਾਸ਼ਾਵਾਂ ਦੇ ਨਾਲ ਵਿਚਰਦੇ ਹਾਂ ਤਾਂ ਸਾਨੂੰ ਆਪਣਾ ਮੂਲ ਪਛਾਣ ਅਸੀਂ ਫਿਰ ਖੁਦ ਸੋਚਦੇ ਹਾਂ ਵੀ ਸਾਡੀ ਆਪਣੀ ਜਿਹੜੀ ਭਾਸ਼ਾ ਹੈ, ਸਾਡੀ ਆਪਣੀ ਭਾਸ਼ਾ ਦਾ ਜਿਹੜਾ ਸਾਹਿਤ ਹੈ ਉਹ ਕਿੱਥੇ ਜੇ ਖੜ੍ਹਾ ਹੈ ਭਾਰਤੀ ਪੱਧਰ 'ਤੇ। ਜਦੋਂ ਅਸੀਂ ਸ਼ੁਰੂਆਤ ਜਦੋਂ ਪੰਜਾਬੀ ਮਾਂ ਬੋਲੀ ਗੁਰਮੁਖੀ ਗੁਰੂਆਂ ਦੇ ਮੁਖ ਤੋਂ ਪੈਦਾ ਹੋਈ, ਇੱਕ ਲਿਪੀ ਦੇ ਵਿੱਚ ਫਿਰ ਭਾਸ਼ਾ ਬਣੀ। ਸ਼ੁਰੂ ਤੋਂ ਜਦੋਂ ਅਸੀਂ ਦੇਖਦੇ ਹਾਂ ਜਿਹਦੇ ਵਿੱਚ ਸਾਡੇ ਕੋਲ ਮੱਧਕਾਲੀਨ ਜਿਹੜਾ ਸਾਡਾ ਸਾਹਿਤ ਹੈ ਉਹ ਸਾਹਮਣੇ ਆਉਂਦਾ। ਸੂਫੀਆਂ ਦੀ ਬਾਣੀ ਹੈ, ਉਹਦੇ ਵਿੱਚ ਗੁਰੂਆਂ ਦੀ ਬਾਣੀ ਹੈ, ਭਗਤਾਂ ਦੀ ਬਾਣੀ ਹੈ, ਫਕੀਰਾਂ ਦੀ ਬਾਣੀ ਹੈ। ਉਸ ਦੇ ਟੋਟੈਲਿਟੀ 'ਚ ਚਾਹੁੰਦਾ ਮੈਂ ਇਕੱਲੇ ਗੁਰੂ ਜਾਂ ਫਕੀਰ ਜਾਂ ਭਗਤ ਦੀ ਉਹਦੀ ਮੈਂ ਗੱਲ ਨਹੀਂ ਕਰਦਾ। ਟੋਟੈਲਿਟੀ ਦੇ ਵਿੱਚ ਜਿਹੜੇ ਸਾਡੇ ਕੋਲ ਟੈਕਸਟ ਨੇ ਜਿਨ੍ਹਾਂ ਦੇ ਆਧਾਰ 'ਤੇ ਅਸੀਂ ਇਹ ਗੱਲ ਸਪਸ਼ਟ ਰੂਪ ਦੇ ਵਿੱਚ ਕਹਿ ਸਕਦੇ ਹਾਂ ਵੀ ਸਾਡਾ ਜਿਹੜਾ ਆਪਦਾ ਸਾਹਿਤ ਹੈ, ਜਿਹੜਾ ਪੰਜਾਬੀ ਸਾਹਿਤ ਹੈਗਾ, ਖਾਸ ਕਰਕੇ ਮੱਧਕਾਲੀਨ ਪੰਜਾਬੀ ਸਾਹਿਤ, ਉਹਦੇ ਵਿੱਚ ਜਿਹੜੀ ਇੱਕ ਸਭ ਤੋਂ ਵੱਡੀ ਗੱਲ ਆ ਉਹ ਇਹ ਹੈ ਵੀ ਜਿਵੇਂ ਉਸਨੇ ਭਾਰਤੀ ਦਰਸ਼ਨ ਦੇ ਨਾਲ ਸੰਵਾਦ ਰਚਾਇਆ, ਹੋਰ ਭਾਸ਼ਾਵਾਂ ਦੀਆਂ ਸ਼ਬਦ ਉਹਦੇ ਵਿੱਚ ਆਏ, ਅਤੇ ਇਸ ਤਰ੍ਹਾਂ ਦੀ ਉਹਨਾਂ ਨੇ ਇੱਕ ਲਹਿਰ ਜਿਹੜੀ ਹੈਗੀ ਚਲਾਈ ਅਤੇ ਬਹੁਤ ਸਾਰੀਆਂ ਚੀਜ਼ਾਂ ਦੀ ਪਰਿਭਾਸ਼ਾ ਜਿਹੜੀ ਹੈਗੀ ਸਿਰਜੀ। ਤਾਂ ਉੱਥੇ ਇਹ ਹੈ ਵੀ ਜਦੋਂ ਅਸੀਂ ਭਾਰਤੀ ਪੱਧਰ 'ਤੇ ਦੂਜੀਆਂ ਭਾਸ਼ਾਵਾਂ ਦੇ ਜਿਹੜੇ ਸੰਤ ਸਾਹਿਤ ਦੇ ਵਿੱਚ ਜਾਂ ਹੋਰ ਜਿਹੜਾ ਮੱਧਕਾਲੀਨ ਸਾਹਿਤ ਹੈ ਉਹਨਾਂ ਦਾ, ਉਹਦੇ ਨਾਲ ਗੱਲ ਕਰਦੇ ਹਾਂ ਤਾਂ ਉੱਥੇ ਇੱਕ ਉੱਚੀ ਸੁਰ ਜਿਹੜੀ ਹੈਗੀ ਉਹ ਸਾਨੂੰ ਜ਼ਰੂਰ ਸੁਣਾਈ ਦਿੰਦੀ ਹੈ ਸਾਡੇ ਮੱਧਕਾਲੀਨ ਪੰਜਾਬੀ ਸਾਹਿਤ ਦੀ। ਅਤੇ ਮਾਣ ਵੀ ਮਹਿਸੂਸ ਹੁੰਦਾ ਹੈ ਵੀ ਸਾਡਾ ਆਪ ਦਾ ਜਿਹੜਾ ਸਾਹਿਤ ਹੈ, ਮੱਧਕਾਲੀਨ ਪੰਜਾਬੀ ਸਾਹਿਤ ਜਿਹੜਾ ਹੈ ਵੀ ਉਹ ਇੰਨਾ ਕੁ ਰੁਤਬਾ ਰੱਖਦਾ ਵੀ ਅਸੀਂ ਦੂਜੀਆਂ ਭਾਸ਼ਾਵਾਂ ਦੇ ਨਾਲ ਮੋਢੇ ਨਾਲ ਮੋਢਾ ਜਿਹੜਾ ਹੈਗਾ ਉਹ ਜੋੜ ਸਕਦੇ ਹਾਂ। ਫਿਰ ਉਸ ਤੋਂ ਬਾਅਦ ਇੱਕ ਨਵਾਂ ਦੌਰ ਸ਼ੁਰੂ ਹੋ ਜਾਂਦਾ ਹੈ ਜਦੋਂ ਦੇਸ਼ ਆਜ਼ਾਦ ਹੋ ਜਾਂਦਾ ਹੈ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਸਾਹਮਣੇ ਆਉਂਦੀਆਂ ਨੇ ਵੀ ਜਿਨ੍ਹਾਂ ਦੀ ਦੁੱਖ ਜਿਹੜਾ ਦਰਦ ਹੈ ਉਹ ਪੰਜਾਬੀ ਧਰਤ ਨਾਲ ਜੁੜਿਆ ਹੋਏਗਾ, ਪਰ ਜਿਹੜੀ ਉਹ ਰਚਨਾ ਜਿਹੜੀ ਹੈਗੀ ਹੈ ਉਹ ਪੰਜਾਬੀ ਭਾਸ਼ਾ 'ਚ ਨਹੀਂ ਹੈਗੀ।
ਬਹੁਤ ਸਾਰੇ ਇੰਨੇ ਮਲਕੰਨੇ ਹਿੰਦੀ ਦੇ ਉਰਦੂ ਦੇ ਇਸ ਤਰ੍ਹਾਂ ਦੇ ਉਪਨਿਆਸ ਨੇ ਜਿਹੜੇ ਪੰਜਾਬੀ ਧਰਾਤਲ ਨਾਲ ਜੁੜੇ ਹੋਏ ਨੇਗੇ, ਪਰ ਉਹ ਪੰਜਾਬੀ 'ਚ ਨਹੀਂ ਲਿਖੇ ਗਏ। ਜਿਵੇਂ ਆਪਾਂ ਥੋੜ੍ਹਾ ਬਹੁਤ ਉਦਾਹਰਨ ਦੇ ਤੌਰ 'ਤੇ ਸੋਚ ਸਕਦੇ ਹਾਂ ਵੀ ਭੀਸ਼ਮ ਸਾਹਨੀ ਨੇ ਤਮਸ ਹੈਗਾ ਉਹਦਾ, ਯਸ਼ਪਾਲ ਦਾ ਝੂਠਾ ਸੱਚ ਹੈ, ਰਜਿੰਦਰ ਸਿੰਘ ਬੇਦੀ ਦਾ ਇੱਕ ਚਾਦਰ ਅੱਧੋ ਰਾਣੀ, ਮਾਂਟੂ ਦੀਆਂ ਕਹਾਣੀਆਂ ਨੇਗੀਆਂ, ਫਿਰ ਇਸ ਤਰ੍ਹਾਂ ਬਹੁਤ ਬਲਵੰਤ ਸਿੰਘ ਹੈ ਇੱਕ, ਬਹੁਤ ਹਿੰਦੀ 'ਚ ਬੜਾ ਵੱਡਾ ਨਾਂ ਜਿਹਨੇ ਉਪਨਿਆਸ ਲਿਖੇ ਨੇਗੇ। ਤਾਂ ਉਹਨਾਂ ਨੇ ਜਿਹੜਾ ਸਾਹਿਤ ਮਤਲਬ ਕਿ ਲਿਖਿਆ ਉਹ ਪੰਜਾਬੀ ਧਰਾਤਲ ਨਾਲ ਜੁੜਾ ਹੈ ਸਾਹਿਤ, ਪਰ ਉਹ ਹਿੰਦੀ ਭਾਸ਼ਾ ਦੇ ਵਿੱਚ ਉੱਭਰ ਕੇ ਸਾਹਮਣੇ ਆਇਆ। ਕਮਾਲ ਦੀ ਗੱਲ ਇਹ ਹੈ ਵੀ ਜਦੋਂ ਦੂਜੀਆਂ ਭਾਸ਼ਾਵਾਂ ਦੇ ਬੰਦੇ ਉਹਨਾਂ ਦੀ ਗੱਲ ਕਰਦੇ ਨੇ ਤਾਂ ਉਹ ਇਸ ਗੱਲ ਨੂੰ ਮੁੱਖ ਰੱਖਦੇ ਨੇ ਵੀ ਇਹ ਬੰਦੇ ਬੇਸਿਕਲੀ ਪੰਜਾਬੀ ਨੇ। ਲਿਖਦਾ, ਕਿਉਂਕਿ ਇਹ ਵੀ ਬੜੀ ਵੱਡੀ ਗੱਲ ਹੈ ਵੀ ਤੁਸੀਂ ਕਿਸ ਭਾਸ਼ਾ ਵਿੱਚ ਲਿਖ ਰਹੇ ਹੋ, ਇਹ ਬਹੁਤੀ ਮਾਇਨੇ ਨਹੀਂ ਰੱਖਦੀ, ਤੁਸੀਂ ਕੀ ਗੱਲ ਲਿਖ ਰਹੇ ਹੋ ਇਹ ਗੱਲ ਮਤਲਬ ਕਿ ਜ਼ਿਆਦਾ ਅਰਥ ਰੱਖਦੀ ਹੈ। ਫਿਰ ਪੰਜਾਬੀ ਸਾਹਿਤ ਦੇ ਵਿੱਚ ਇਸ ਤਰ੍ਹਾਂ ਦਾ ਵੀ ਦੌਰ ਜਦੋਂ ਅਸੀਂ ਦੇਖਦੇ ਹਾਂ ਵੀ ਉਰਦੂ ਦੇ ਵਿੱਚ, ਹਿੰਦੀ ਦੇ ਵਿੱਚ ਅਤੇ ਖਾਸ ਕਰਕੇ ਪੰਜਾਬੀ ਦੇ ਵਿੱਚ ਮੱਧਕਾਲੀਨ ਪੰਜਾਬੀ ਸਾਹਿਤ ਤੋਂ ਲੈ ਕੇ ਆਧੁਨਿਕ ਸਮੇਂ ਦੇ ਤੱਕ ਜੋ ਕੁਝ ਵੀ ਮਤਲਬ ਕਿ ਰਚਨਾਕਾਰਾਂ ਨੇ ਲਿਖਿਆ ਉਹ ਆਪਣੇ ਦੂਜੀਆਂ ਭਾਸ਼ਾਵਾਂ ਦੇ ਵਿੱਚ ਅਨੁਵਾਦ ਦੇ ਜ਼ਰੀਏ ਜਿਹੜਾ ਹੈਗਾ ਉਹਨਾਂ ਦੇ ਸਾਹਮਣੇ ਆਇਆ। ਸੂਫੀ ਸੰਤਾਂ, ਗੁਰੂ ਬਾਣੀਆਂ ਦੀ ਪੰਜਾਬੀ ਸਾਹਿਤ ਦੀ ਦੇਸ਼ ਪੱਧਰੀ ਇੱਕ ਪਹਿਚਾਣ ਬਣੀ। ਭਾਰਤੀ ਪਰੰਪਰਾ ਨਾਲ ਉਹਨਾਂ ਨੇ ਸੰਵਾਦ ਰਚਾਇਆ, ਦੂਜੀਆਂ ਭਾਸ਼ਾਵਾਂ ਦੇ ਨਾਲ ਉਹਨਾਂ ਨੇ ਮੋਢੇ ਨਾਲ ਮੋਢਾ ਜੋੜਿਆ। ਲੇਕਿਨ ਇੱਕ ਦੌਰ ਇਸ ਤਰ੍ਹਾਂ ਦਾ ਆ ਗਿਆ ਵੀ ਜਿਹਦੇ ਵਿੱਚ ਹੁਣ ਬੜਾ ਨਾ ਸੰਕਟਮਈ ਦੌਰ ਹੈ ਵੀ ਜਿੱਥੇ ਸਮਝ ਨਹੀਂ ਆਉਂਦੀ ਵੀ ਉਹ ਜਿਹੜੇ ਮੇਰੇ ਨਾਲ 6 ਭਾਸ਼ਾਵਾਂ ਦੇ ਬੰਦੇ ਨੇ ਵੀ ਮੈਂ ਆਪਦੇ ਕਿਸ ਕਿਤਾਬ ਦੀ ਜਾਂ ਕਿਸ ਰਚਨਾ ਦੀ ਉਹਨਾਂ ਨਾਲ ਗੱਲ ਕਰਾਂ। ਉਹ ਕਾਰਨ ਇਹ ਵੀ ਮੈਂ ਇਸ ਗੱਲੋਂ ਬੜਾ ਹੋਇਆ ਵੀ ਜਿਵੇਂ ਮੈਂ 2-3 ਗੱਲਾਂ ਤੁਹਾਡੇ ਨਾਲ ਕਰਨੀਆਂ ਇਸ ਵਾਰੀ ਕਿ ਜਿਵੇਂ ਬਹੁਤ ਸਾਰੇ ਅਵਾਰਡ ਮਿਲਦੇ ਨੇ ਹੁਣ ਅੱਜ ਦੇ ਜੋ ਅੱਜ ਇਹ ਤਾਂ ਸਾਡੀ ਇੱਕ ਵਿਰਾਸਤ ਹੈ ਜਿਹਦੀ ਅਸੀਂ ਗੱਲ ਕਰਦੇ ਹਾਂ ਵੀ ਸਾਡੀ ਪੰਜਾਬੀ ਸਾਹਿਤ ਜਿਹੜਾ ਸਾਡਾ ਹੈਗਾ ਉਹਦੀ ਇੱਕ ਵੱਖਰੀ ਪਛਾਣ ਹੈ। ਹੁਣ ਲੇਕਿਨ ਜਦੋਂ ਮਾਡਰਨ ਪੀਰੀਅਡ ਆਉਂਦਾ ਹੈ, ਮਾਡਰਨ ਪੀਰੀਅਡ ਦੇ ਵਿੱਚ ਬਹੁਤ ਸਾਰੇ ਬੰਦੇ ਇਸ 'ਤੇ ਕਰ ਰਹੇ ਨੇ ਅਤੇ ਮਿਹਨਤ ਕਰਨ ਤੋਂ ਬਾਅਦ ਉਹ ਪਤਾ ਇਸ ਚੀਜ਼ 'ਤੇ ਮਿਹਨਤ ਕਰ ਰਹੇ ਨੇ ਕਿ ਇਹ ਹੈ ਵੀ ਜਦੋਂ ਅਵਾਰਡ ਮਿਲਦੇ ਨੇ ਬਹੁਤ ਸਾਰੀਆਂ ਰਚਨਾਵਾਂ ਨੂੰ, ਸਾਡਾ ਭਾਰਤੀ ਸਾਹਿਤ ਅਕਾਡਮੀ ਦਾ ਅਵਾਰਡ ਮਿਲ ਗਿਆ ਜਾਂ ਕੋਈ ਹੋਰ ਸੰਸਥਾਵਾਂ ਨੇ ਵੱਡਾ ਅਵਾਰਡ ਦੇ ਦਿੱਤਾ ਕਿਸੇ, ਉਹਦੇ ਵਿੱਚ ਭਾਰਤੀ ਸਾਹਿਤ ਅਕਾਡਮੀ ਜਦੋਂ ਅਵਾਰਡ ਦਿੰਦੀ ਹੈ ਤਾਂ ਉਹ 22-23 ਭਾਸ਼ਾਵਾਂ ਨੂੰ ਦਿੰਦੀ ਹੈ। ਉਹ ਜਿਸ ਦਿਨ ਅਵਾਰਡ ਅਨਾਊਂਸ ਹੁੰਦਾ ਹੈਗਾ ਉਸ ਤੋਂ ਅਗਲੇ ਦਿਨ ਅਸੀਂ ਯੂਨੀਵਰਸਿਟੀ ਜਾਣਾ ਹੁੰਦਾ ਹੈਗਾ, ਡਿਪਾਰਟਮੈਂਟ ਦੇ ਵਿੱਚ ਜਾਣਾ ਹੁੰਦਾ, ਤਾਂ ਫਿਰ 7 ਭਾਸ਼ਾਵਾਂ ਦੇ ਬੰਦੇ ਨੇ। ਉਹ ਫਰਜ਼ਗੁਰ ਕਸ਼ਮੀਰੀ ਭਾਸ਼ਾ ਦਾ ਬੰਦਾ ਉਹ ਸਾਨੂੰ ਮਿਲ ਗਿਆ, ਉਹ ਕਹਿੰਦਾ ਅਰੇ ਭਾਈ ਕਿਆ ਹਾਲ ਚਾਲ, तो इस आदमी को मिला है, आपका पंजाबी को किसको मिला। ਉਹ ਫਿਰ ਤਾਮਿਲ ਵਾਲਾ ਵੀ ਇਹੀ ਗੱਲ ਪੁੱਛਦਾ, ਮਲਿਆਲਮ ਵਾਲਾ ਵੀ ਇਹੀ ਗੱਲ ਪੁੱਛਦਾ, ਕਿਉਂਕਿ ਚਾਹ ਚੂਹ ਤਾਂ ਅਸੀਂ ਇਕੱਠੇ ਪੀਂਦੇ ਰਹਿਣੇ ਉੱਥੇ। ਉਹ ਫਿਰ ਜਿਹੜਾ ਪੰਜਾਬੀ 'ਚ ਮਿਲਿਆ ਹੁੰਦਾ ਹੈ ਅਤੇ ਮੈਂ ਫਿਰ ਉਹਨੂੰ ਦੱਸਦਾ ਵੀ ਪੰਜਾਬੀ ਵਿੱਚ ਆਹ ਬੰਦੇ ਨੂੰ ਮਿਲਿਆ, ਇਹ ਬੰਦਾ ਕਵਿਤਾ ਲਿਖਦਾ ਹੈ ਜਾਂ ਇਹ ਬੰਦਾ ਕਹਾਣੀ ਲਿਖਦਾ ਹੈ ਜਾਂ ਇਹ ਬੰਦਾ ਨਾਵਲ ਲਿਖਦਾ ਹੈ ਜਾਂ ਔਰ ਫਿਰ ਇਸਨੇ ਔਰ ਕਿਆ ਕਿਆ ਲਿਖਾ ਹੈ। ਆਪਾਂ ਵੀ ਪੁੱਛਦਾ ਵੀ ਹੋਰ ਭਾਈ ਉਹਨੇ ਕੀ ਕੀ ਕੁਝ ਲਿਖਿਆ। ਉਹ ਕਈ ਵਾਰ ਤਾਂ ਇੱਦਾਂ ਹੋਇਆ ਵੀ ਬੰਦੇ ਨੇ 1-2 ਕਿਤਾਬਾਂ ਹੀ ਆਈਆਂ ਹੁੰਦੀਆਂ ਸੀ ਅਤੇ ਉਹਦੇ 'ਚ ਉਹਨੂੰ ਅਵਾਰਡ ਵੂਰਡ ਮਿਲ ਜਾਂਦਾ ਹੈ। ਉਹ ਕਹਿੰਦੇ यार कमाल है यार, आपके लिटरेचर में इतना दम है कि एक लेखक एक किताब लिखता है उसी को अवार्ड मिल जाता है। मैं कहा भी ये तो फिर पंजाबी है भाई, ये तुहानूं तो पता ही है, ਅਸੀਂ ਪੰਜਾਬੀ ਤਾਂ ਹਰ ਚੀਜ਼ 'ਚ ਅੱਗੇ ਹੀ ਹੁੰਦੇ ਹੈਗੇ। ਸਭ ਤੋਂ ਵੱਡਾ ਦੁਖਾਂਤ ਇਹ ਹੈ ਵੀ ਉਹ ਜੀ ਕਹੇ ਜੋ ਮਰਜ਼ੀ ਰਚ ਨੂੰ ਅਵਾਰਡ ਮਿਲੇ। ਜਿੰਨਾ ਚੱਕਰ ਮੈਂ ਨੌਕਰੀ ਕਰਦਾ ਉਹਨਾਂ ਬੰਦਿਆਂ ਦੇ ਵਿੱਚ ਵਿਚਰਦਾ, ਮੈਨੂੰ ਉਹ ਕਿਤਾਬ ਹਰ ਹਾਲਤ ਵਿੱਚ ਪੜ੍ਹਨੀ ਪੈਂਦੀ ਹੈ। ਮੈਂ ਕਦੇ ਕਦੇ ਸੋਚਦਾ ਵੀ ਸਾਹਿਤ ਅਕਾਡਮੀ ਵਾਲਿਆਂ ਨੂੰ ਕਹਾਂ ਮੈਂ ਵੀ ਤੁਸੀਂ ਤਾਂ ਦੇ ਦਿਓ ਨਾ ਅਵਾਰਡ ਬੰਦੇ ਨੂੰ, ਉਹਨੂੰ ਤਾਂ ਸਨਮਾਨ ਮਿਲ ਜਾਂਦਾ, ਪੈਸੇ ਮਿਲ ਜਾਂਦੇ ਨੇ, ਅਤੇ ਮੈਂ ਜਿਹੜਾ ਮੱਥਾ ਮਾਰਦਾ ਉਹਨੂੰ ਪੜ੍ਹਦਾ ਜਿਹੀ ਮਰਜ਼ੀ ਹੋਵੇ ਸਿਰਫ ਇਸ ਕਰਕੇ ਤਾਂ ਕਿ ਉਹ ਜਿਹੜੇ ਦੂਜੀਆਂ ਭਾਸ਼ਾਵਾਂ ਵਾਲੇ ਬੰਦੇ ਨੇ ਉਹ ਮੈਨੂੰ ਪੁੱਛਣਗੇ ਵੀ ਜਿਸ ਕਿਤਾਬ ਨੂੰ ਅਵਾਰਡ ਮਿਲਿਆ ਉਹ 'ਚ ਹੈ ਕੀ ਹੈ। ਜੇ ਮੈਂ ਨਹੀਂ ਉਹਨਾਂ ਨੂੰ ਪੜ੍ਹਦਾ, ਹੁਣ ਉਹ ਕਿਤਾਬ ਪੜ੍ਹ ਕੇ ਮੈਂ ਅੱਗੇ ਤਾਂ ਨਿਕਲਣਾ ਨਹੀਂ ਗਾ, ਜਾਂ ਉਹ 'ਚ ਕੋਈ ਐਡਾ ਵੱਡਾ ਤਾਂ ਹੁੰਦਾ ਨਹੀਂ ਵੀ ਮੈਂ ਆ ਕਿਤਾਬ ਤੋਂ ਕੁਛ ਸਿੱਖੂੰਗਾ।
ਪਰ ਉਹ ਕਿਤਾਬ ਪੜ੍ਹ ਕੇ ਮੈਂ ਜਿਹੜੇ ਮੇਰੇ ਬੰਦੇ ਮੇਰੇ ਨਾਲ ਦੇ ਕੁਲੀਗ ਨੇ, ਮੈਂ ਉਹਨਾਂ ਵਿੱਚ ਜ਼ਰੂਰ ਵੱਡਾ ਹੁੰਨਾ ਤਾਂ ਕਿ ਉਹਨੂੰ ਮੈਂ ਦੱਸ ਸਕਾਂ ਵੀ ਇਹਨਾਂ ਕਿਤਾਬਾਂ ਵਿੱਚ ਹੈ ਕੀ ਹੈ। ਜਿਹੜਾ ਇਹ ਸਿਲੇਬਸ ਦੇ ਵਿੱਚ ਕਿਤਾਬਾਂ ਲੱਗਣੀਆਂ ਨੇਗੀਆਂ ਜਾਂ ਫਰਜ਼ ਕਰੋ ਕਿਤਾਬਾਂ ਕਿਸੇ ਰਚਨਾਕਾਰ ਦੀ ਰਚਨਾ ਨੂੰ ਅਵਾਰਡ ਮਿਲ ਜਾਂਦਾ ਹੈ, ਅਵਾਰਡ ਮਿਲਣ ਨਾਲ ਜਾਂ ਸਿਲੇਬਸ ਲੱਗਣ ਨਾਲ ਪੰਜਾਬੀ ਸਾਹਿਤ ਦੀ ਜਿਹੜੀ ਪਛਾਣ ਹੈ ਉਹ ਭਾਰਤੀ ਪੱਧਰ 'ਤੇ ਨਹੀਂ ਉਹ ਆਪਣਾ ਟਿਕਦੀ ਜਾਂ ਬਣਦੀ। ਜਾਂ ਆਪਾਂ ਕੋਈ ਬੰਦਾ ਕਹੇ ਵੀ ਮੇਰਾ ਬਾਇਓਡਾਟਾ ਜੀ, ਮੇਰੀਆਂ ਇੰਨੀਆਂ ਕਿਤਾਬਾਂ ਛਪੀਆਂ ਨੇ, ਇੰਨੇ ਬੰਦਿਆਂ ਨੇ PhD ਕੀਤੀਆਂ ਨੇ, ਇੰਨੇ ਰਿਸਰਚ ਪੇਪਰ ਲਿਖੇ ਗਏ ਨੇ, ਇਹਨਾਂ ਪੱਤਰਕਾਰਾਂ ਨੇ ਵਿਸ਼ੇਸ਼ ਅੰਕ ਕੱਢੇ ਨੇਗੇ, ਕਿਉਂਕਿ ਉਹ ਮਾਮਲਾ ਹੈ ਹੀ ਨਹੀਂ ਇਸ ਤਰ੍ਹਾਂ ਦਾ, ਇੱਦਾਂ ਦੀ ਗੱਲ ਹੈ ਹੀ ਨਹੀਂ। ਦੂਸਰਾ ਇਹ ਹੋ ਗਿਆ ਕਿ ਪੰਜਾਬੀ ਜਿਹੜਾ ਸਾਹਿਤ ਹੈ ਵੀ ਪੰਜਾਬੀ ਸਾਹਿਤ ਦੀ ਪਛਾਣ ਹੁਣ ਬਣੂਗੀ ਕਿਵੇਂ। ਪੰਜਾਬੀ ਸਾਹਿਤ ਦੀ ਜਿਹੜੀ ਪਛਾਣ ਹੈ ਸਭ ਤੋਂ ਵੱਡੇ ਪੱਧਰ 'ਤੇ ਪੰਜਾਬ ਜਿਹਦੀ ਅਸੀਂ ਗੱਲ ਕਰਦੇ ਹਾਂ, ਉਸ ਪੰਜਾਬ ਦੇ ਵਿੱਚੋਂ ਜਿਹੜਾ ਲਿਟਰੇਚਰ ਨਿਕਲੂਗਾ ਉਹ ਲਿਟਰੇਚਰ ਉਸੇ ਦੀ ਪਛਾਣ ਬਣੂਗੀ ਜਿਹੜਾ ਪਿੰਡਾਂ ਨਾਲ ਜੁੜਿਆ ਹੋਊਗਾ, ਜਿਹੜਾ ਕਿਸਾਨੀ ਦੀ ਗੱਲ ਕਰੇਗਾ, ਮਜ਼ਦੂਰ ਵਰਗ ਦੀ ਗੱਲ ਕਰੇਗਾ, ਪੰਜਾਬੀ ਕੌਮੀਅਤ ਦੀ ਗੱਲ ਕਰੂਗਾ, ਜਿਹੜਾ ਕਿ ਕਿਸੇ ਖਾਸ ਬਲਕਿ ਇਹ ਹੈ ਨਾ ਵੀ ਜਦੋਂ ਅਸੀਂ ਪੂਰੇ ਭਾਰਤ ਦੇ ਵਿੱਚ ਜਿਹੜਾ ਸਾਹਿਤ ਲਿਖਿਆ ਜਾ ਰਿਹਾ ਜਾਂ ਮਲਟੀਨੈਸ਼ਨਲ ਕੰਪਨੀਆਂ ਸਾਡੇ 'ਤੇ ਅਸਰ ਪਾਉਂਦੀਆਂ ਨੇਗੀਆਂ, ਉਹਨਾਂ ਬਾਰੇ ਅਸੀਂ ਕੋਈ ਬਹੁਤ ਵੱਡੀ ਰਚਨਾ ਨਹੀਂ ਕਰ ਸਕਦੇ। ਉਹ 'ਚ ਤਾਂ ਦਿੱਲੀ, ਕਲਕੱਤੇ, ਮਦਰਾਸ ਬਹੁਤ ਸਾਰੇ ਬੰਦੇ ਬੈਠੇ ਨੇ ਜਿਹੜੇ ਉਸ ਅਨੁਭਵ ਨੂੰ ਭੋਗਦੇ ਨੇਗੇ, ਉਹਦੇ ਵਿੱਚ ਵਿਚਰਦੇ ਨੇਗੇ ਅਤੇ ਉਹਦੇ 'ਤੇ ਆਪਣੀ ਗੱਲ ਕਰਦੇ ਨੇ। ਅਸੀਂ ਜਦੋਂ ਉਹਦੇ ਬਾਰੇ ਗੱਲ ਕਰਾਂਗੇ ਸਾਡੀ ਟੋਟੈਲਿਟੀ ਵਿੱਚ ਉਹ ਗੱਲ ਕਿਤੇ ਖੜਨੀ ਨਹੀਂ ਹੈਗੀ। ਲੇਕਿਨ ਜਦੋਂ ਅਸੀਂ ਆਪਦੀ ਵਿਰਾਸਤ ਦੀ ਗੱਲ ਕਰਾਂਗੇ, ਆਪਦੀ ਵਿਰਾਸਤ ਦੀ ਗੱਲ ਲੈ ਕੇ ਅੱਗੇ ਜਾਵਾਂਗੇ, ਫਿਰ ਸਾਡੀ ਜਿਹੜੀ ਗੱਲ ਹੈ ਉਹ ਜ਼ਰੂਰ ਭਾਰਤੀ ਸਾਹਿਤ ਦੇ ਸੰਦਰਭ ਵਿੱਚ ਗੱਲ ਕੀਤੀ ਜਾਊਗੀ। ਜਿਵੇਂ ਮੈਂ ਇੱਕ ਉਦਾਹਰਨ ਦੇ ਤੌਰ 'ਤੇ ਤੁਹਾਨੂੰ ਮੈਂ ਦੱਸਦਾ, ਸ਼ਿਵ ਪ੍ਰਸਾਦ ਸਿੰਘ ਬਨਾਰਸ ਦੇ ਰਹਿਣ ਵਾਲੇ ਨੇ, ਕਾਸ਼ੀ ਉਹਨਾਂ ਦਾ ਨਾਵਲ ਸੀ ਅਤੇ ਫਿਲਮ ਵੀ ਬਣੀ ਹੈਗੀ। ਉਹ 10 ਸਾਲ ਉਹਨਾਂ ਨੂੰ ਲੱਗੇ, 3 ਲੜੀ 'ਚ ਉਹਨੇ ਨਾਵਲ ਲਿਖੇ ਸੀ ਉਹ, ਅਤੇ ਉਹ 40 ਸਾਲ ਉੱਥੇ ਰਹੇ ਉਹ ਬਨਾਰਸ ਦੇ ਵਿੱਚ। ਹੁਣ ਪੂਰੀ ਬਨਾਰਸ ਦੀ ਜਿਹੜੀ ਪਰੰਪਰਾ ਹੈਗੀ ਹੈ, ਉਹਦੀ ਜਿਹੜੀ ਵਿਰਾਸਤ ਹੈ, ਉਹ ਲੈ ਕੇ ਉਹਨਾਂ ਨੇ ਇੱਕ ਨਾਵਲ ਲਿਖਤਾ ਹੈ। ਸਾਡੇ ਪੰਜਾਬ ਕੋਲ ਵੀ ਬਹੁਤ ਵੱਡਾ ਇੱਕ ਬਜ਼ੁਰਗ ਸ਼ਹਿਰ ਜਿਹਨੂੰ ਮੈਂ ਮੰਨਦਾ ਉਹ ਅੰਮ੍ਰਿਤਸਰ ਹੈ। ਹਜੇ ਉਹਦੇ ਬਾਰੇ ਕਿਸੇ ਨੇ ਰਚਨਾ ਨਹੀਂ ਲਿਖੀ, ਰਚਨਾ ਉਹਦੇ ਬਾਰੇ ਵੀ ਲਿਖਣ ਦੀ ਲੋੜ ਹੈ। ਉਹ ਜਦੋਂ ਮਾਰਕੀਟ 'ਚ ਆਊਗੀ ਤਾਂ ਉਸ ਦਾ ਜ਼ਰੂਰ ਦੂਜੀਆਂ ਭਾਸ਼ਾਵਾਂ ਵਾਲੇ ਜਿਹੜੇ ਹੈਗੇ ਨੇ ਉਹ ਜ਼ਰੂਰ ਉਹਦਾ ਮਤਲਬ ਕਿ ਨੋਟਸ ਲੈਣਗੇ ਵੀ ਕਿਸੇ ਨੇ ਕੋਈ ਗੱਲ ਕੀਤੀ ਹੈ ਤਾਂ ਇਸ ਮਤਲਬ ਕੀ ਗੱਲ ਇਹਦੇ ਬਾਰੇ ਕੀਤੀ ਹੋਊ। ਸਾਡੇ ਪਿਛਲੇ ਮਤਲਬ ਕਿ ਤੁਸੀਂ ਲਾ ਲਓ ਵੀ 1986-87 ਤੋਂ ਥੋੜ੍ਹਾ ਜਿਹਾ ਇਸ ਤਰ੍ਹਾਂ ਦਾ ਦੌਰ ਮਤਲਬ ਕਿ ਸ਼ੁਰੂ ਹੋ ਗਿਆ, ਜਿਹੜਾ ਕਿ ਸਾਡੇ ਪਰਸਨਲ ਇੰਟਰਸਟ, ਜਿਹੜੀ ਸਾਡੀ ਆਪ ਦੀ ਤਾਂਘ ਇੱਛਾ ਜਿਹੜੀ ਹੈਗੀ ਆ ਉਹਦੇ ਨਾਲ ਉਹ ਜੁੜ ਗਿਆ। ਉਹ ਕੀ ਹੋ ਗਿਆ ਵੀ ਇੱਕ ਗੱਲ ਇਹ ਬੜੀ ਸਪਸ਼ਟ ਰੂਪ ਵਿੱਚ ਉੱਭਰਨੀ ਸ਼ੁਰੂ ਹੋ ਗਈ ਵੀ ਜੇ ਕੁਝ ਹਾਸਲ ਕਰਨਾ ਤਾਂ ਆਪਣੇ ਆਪ ਨੂੰ ਵੇਚਣ ਲਈ ਤਿਆਰ ਰੱਖੋ। ਅਤੇ ਸਾਡੇ ਜਿਹੜੇ ਰਚਨਾਕਾਰ ਸੀਗੇ ਉਹਨਾਂ ਨੇ ਕੁਝ ਨਾ ਕੁਝ ਤਾਂ ਹਾਸਲ ਕਰਨੇ ਸੀ, ਅਤੇ ਉਹਨਾਂ ਨੇ ਆਖਿਆ ਫਿਰ ਵੇਚੀਏ ਕੀ। ਉਹਨਾਂ ਨੇ ਆਖਿਆ ਸਭ ਤੋਂ ਪਹਿਲਾਂ ਪੰਜਾਬੀ ਮਾਂ ਬੋਲੀ ਨਹੀਂ ਵੇਚ ਦਿੰਦੇ ਹਾਂ, ਆਪਦੀ ਜ਼ਮੀਰ ਵੇਚਦੇ ਨੇ, ਪੰਜਾਬੀ ਮਾਂ ਬੋਲੀ ਨਹੀਂ ਵੇਚ ਦਿੰਦੇ ਹਾਂ। ਉਹ ਥੋੜ੍ਹੇ ਜਿਹੇ ਲੋਕਾਂ ਦੇ ਹੱਥ 'ਚ ਸਾਰੀ ਚੀਜ਼ ਆ ਗਈ। ਉਹ ਮਾੜਾ ਮੋਟਾ ਜਿਹੜਾ ਬਚਦਾ ਸੀਗਾ ਉਹ ਸੋ ਕਾਲ ਸਾਡੇ ਕਾਮਰੇਡਾਂ ਨੇ ਬੇੜਾ ਬਿਠਾਤਾ। ਉਹਨਾਂ ਨੇ ਚੱਕ ਕੇ ਵਿਚਾਰ ਧਾਰਕ ਤੌਰ 'ਤੇ ਟੀਕੇ ਲਾ ਕੇ ਚੀਜ਼ਾਂ ਕੱਢ ਕੇ ਉਹਨਾਂ ਨੂੰ ਐਂ ਪੇਸ਼ ਕੀਤਾ ਵੀ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ। ਜਿਹੜੇ ਮਾੜੇ ਮੋਟੇ ਜਿਹਦੇ ਲੇਖਕ ਆਪਦੀ ਮਿਹਨਤ 'ਤੇ ਆਪਦੇ ਦਮ 'ਤੇ ਜਿਹਨੇ ਆਪਣਾ ਥਾਂ ਬਣਾਇਆ ਉਹ ਉਹਨਾਂ ਦਾ ਪਾਠਕ ਵਰਗ ਹੈ। ਪਾਠਕ ਵਰਗ ਦੇ ਸਿਰ 'ਤੇ ਉਹਨਾਂ ਦਾ ਨਾਮ ਬਣਿਆ। ਜਿਹੜੇ ਆਲੋਚਕ ਵਿਚਾਰੇ ਪੈਦਾ ਹੋਏ ਨੇਗੇ, ਜਿਹੜੇ ਬੈਠੇ ਨੇ ਸਾਡੇ ਵਾਂਗੂ ਯੂਨੀਵਰਸਿਟੀਆਂ ਦੇ ਵਿੱਚ, ਉਹਨਾਂ ਨੇ ਆਪ ਦਾ ਹਿਸਾਬ ਕਿਤਾਬ ਫਿੱਟ ਕਰ ਲਿਆ ਵੀ ਸਾਰਿਆਂ ਨੂੰ ਪੜ੍ਹਨ ਦੀ ਲੋੜ ਨਹੀਂ, ਜਿਹੜੀ ਮਾੜੀ ਮੋਟੀ ਚਮਚਾਗਰੀ ਕੋਈ ਮਾਰ ਗਿਆ ਉਹਨੂੰ ਪੜ੍ਹ ਲਓ, ਉਹਨੂੰ ਚੱਕ ਕੇ ਸਿਲੇਬਸ ਚਲਾ ਦਿਓ, ਕਿਤਾਬਾਂ ਛਾਪ ਦਿਓ। ਕਿਤਾਬ ਤੁਹਾਨੂੰ ਪਤਾ ਹੀ ਹੈ ਕਿੰਨੀ ਕੁ ਛਾਪਦੀ ਹੈ, ਕਿੰਨੀ ਕੁ ਵਿਕਦੀ ਹੈ। ਬਾਕੀ ਸਾਡੇ ਅਦਾਰੇ ਨੇ ਕਿ ਭਾਰਤੀ ਸਾਹਿਤ ਅਕਾਡਮੀ ਦੇ, ਨੈਸ਼ਨਲ ਬੁੱਕ ਟਰੱਸਟ ਦੇ, ਉਹ ਉਹਨਾਂ ਦਾ ਕੰਮ ਹੈ ਦੂਜੀ ਆਦਾਨ ਪ੍ਰਦਾਨ ਸੀਰੀਜ਼ ਦੇ ਤਹਿਤ ਦੂਜੀਆਂ ਭਾਸ਼ਾਵਾਂ ਦੇ ਸਾਹਿਤ ਨੂੰ ਅਨੁਵਾਦ ਕਰਕੇ ਛਾਪਣਾ। ਜਿਹੜੀ ਕਿਤਾਬ ਨੂੰ ਅਵਾਰਡ ਮਿਲ ਜਾਂਦਾ ਹੈ ਉਹ ਉਹਨਾਂ ਦੀ ਇੱਕ ਮਜਬੂਰੀ ਹੈ ਕਿ ਅਸੀਂ ਉਸ ਨੂੰ ਆਦਾਨ ਪ੍ਰਦਾਨ ਦੇ ਤਹਿਤ ਛਾਪ ਕੇ ਦੂਜੀਆਂ ਭਾਸ਼ਾਵਾਂ ਦੇ ਵਿੱਚ ਪਾਠਕ ਵਰਗ ਕੋਲ ਭੇਜਣਾ। ਹੁਣ ਉਹ ਪਾਠਕ ਵਰਗ ਜਿਹੜਾ ਪੜ੍ਹਦਾ ਹੈਗਾ ਉਹਦੀ ਨਿਰਾਸ਼ਾ ਇਸ ਕਰਕੇ ਹੈ ਵੀ
ਉਹ ਹੈਰਾਨ ਹੋ ਜਾਂਦਾ ਹੈ ਵੀ ਇਹ ਕਿਤਾਬ ਕਿਹਨਾਂ ਨੇ ਰਿਕਮੈਂਡ ਕੀਤੀ ਹੈ ਜਿਹਨੂੰ ਅਵਾਰਡ ਮਿਲ ਗਿਆ। ਇਸ ਲੇਖ ਨੂੰ ਤਾਂ ਡਰਾਫਟਿੰਗ ਕਰਨੀ ਨਹੀਂ ਆਉਂਦੀ, ਪੈਰਾ ਨਹੀਂ ਲਿਖਣਾ ਆਉਂਦਾ, ਦ੍ਰਿਸ਼ ਪੇਸ਼ ਕਰਨੇ ਨਹੀਂ ਆਉਂਦੇ, ਘਟਨਾਵਾਂ ਨੂੰ, ਪਰਸਨਲ ਘਟਨਾਵਾਂ ਨੂੰ ਸਮੁੱਚੇ ਤੌਰ 'ਤੇ ਕਿਵੇਂ ਅਸੀਂ ਦੇਖਣਾ। ਜ਼ਰੂਰੀ ਤਾਂ ਨਹੀਂ ਸਾਡੀ ਆਪਦੀ ਪਰਸਨਲ ਘਟਨਾ ਜਿਹੜੀ ਹੈਗੀ ਸਾਰੇ ਸੰਸਾਰ 'ਚ ਵਿਚਰੇ। ਜਿਵੇਂ ਹੁਣ ਆਪਾਂ ਗੱਲਾਂ ਕਰੀ ਜਾਂਦੇ ਹਾਂ ਸਾਹਿਤ ਦੇ ਪੱਧਰ ਦੀਆਂ ਜਾਂ ਹੋਰ, ਜਿਹੜਾ ਆਮ ਬੰਦਾ ਜਿਹਨੂੰ ਰੋਜੀ ਰੋਟੀ ਦਾ ਫਿਕਰ ਹੈ, ਵਿਚਾਰੇ ਨੂੰ ਮਜ਼ਦੂਰ ਵਰਗ ਹੈਗਾ, ਉਹਨੇ ਕੋਈ ਠੇਕਾ ਥੋੜ੍ਹਾ ਲਿਆ ਵੀ ਉਹ ਦੇਖੇ ਵੀ ਪੰਜਾਬੀ ਸਾਹਿਤ ਦੀ ਜਾਂ ਪੰਜਾਬੀ ਸੱਭਿਆਚਾਰ ਦੀ ਜਾਂ ਪੰਜਾਬੀ ਸਾਹਿਤਕਾਰ ਦੀ ਕੀ ਸਥਿਤੀ ਹੈਗੀ। ਜ਼ਰੂਰੀ ਨਹੀਂ ਵੀ ਜਿਵੇਂ ਆਪਾਂ ਜਿੰਨੇ ਕੁ ਸਿਆਣੇ ਆਪਣੇ ਆਪ ਨੂੰ ਸਾਰੀ ਦੁਨੀਆ ਸਿਆਣਾ ਹੋਵੇ, ਨਾਲ ਸਾਰੀ ਦੁਨੀਆ ਨੇ ਆਪਾਂ ਤੋਂ ਸਰਟੀਫਿਕੇਟ ਤਾਂ ਲੈਣਾ ਨਹੀਂ ਕਿਸ ਚੀਜ਼ ਦਾ ਵੀ ਉਹ ਸਿਆਣੀ ਹੈ। ਲੇਕਿਨ ਇਹ ਵਿੱਚ ਇਹ ਨੁਕਸਾਨ ਇਹ ਹੋਇਆ ਕਿ ਉਹ ਬੰਦੇ ਜਿਨ੍ਹਾਂ ਬੰਦਿਆਂ ਦੇ ਹੱਥ ਬਾਂਗ ਡੋਰ ਹੈ ਪੰਜਾਬੀ ਦੀ ਸਾਹਿਤ ਦੀ ਲਾ ਲਓ, ਉਹਨਾਂ ਨੇ ਇੰਨਾ ਨੁਕਸਾਨ ਕਰਤਾ ਵੀ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਨੂੰ ਰੋਕਿਆ। ਮੇਰੇ ਯਾਦ ਅਣਖੀ ਸਾਹਿਬ ਇੱਕ ਵਾਰ ਪਤਾ ਨਹੀਂ ਕਿਸ ਦੇ ਘਰੇ ਰਾਤ ਕੱਟ ਗਏ, ਉਹਨਾਂ ਦਾ ਨਵਾਂ ਜਵਾਕ ਅੰਗਰੇਜ਼ੀ ਪੜ੍ਹਨ ਲੱਗਿਆ ਹੋਣਾ ਗਾ, ਉਹਨੇ ਕਿਤੇ ਕਹਿਤਾ, ਇੱਕ ਅੱਧਾ ਉਹਨੇ ਬਜ਼ੁਰਗਾਂ ਦਾ ਨਾਵਲ ਹੀ ਪੜ੍ਹਿਆ ਹੋਣਾ, ਕਹਿੰਦਾ ਵੀ ਉਹਨੇ ਆਪਦੇ ਪਿਓ ਨੂੰ ਕਿਹਾ, ਕਹਿੰਦਾ ਵੀ ਅਣਖੀ ਅੰਕਲ ਕਿਹਾ ਹੋਣਾ ਮੈਨੂੰ ਲੱਗਦਾ ਵੀ ਅਣਖੀ ਅੰਕਲ ਜਿਹੜੇ ਹੈਗੇ ਨੇ ਵੀ ਉਹ ਪਿੰਡਾਂ 'ਚੋਂ ਬਾਹਰ ਹੀ ਨਹੀਂ ਨਿਕਲਦੇ ਹੈਗੇ। ਉਹ ਵਿਚਾਰੇ ਬਜ਼ੁਰਗ ਵੀ ਕਹਾਂ ਸਿੱਧੇ ਜਿਹੇ ਲੇਖ ਪੰਜਾਬੀ ਭਾਸ਼ਾ ਦੇ, ਉਹ ਮੈਨੂੰ ਅਗਲੇ ਦਿਨ ਕਹਿੰਦੇ ਯਾਰ ਮੈਨੂੰ ਬੜੀ ਵੱਡੀ ਗੱਲ ਕਹੀ ਜਵਾਕ ਨੇ, ਕਹਿੰਦੇ ਯਾਰ ਤੂੰ ਪਿੰਡਾਂ 'ਚੋਂ ਕਹਿੰਦੇ ਬਾਹਰ ਹੀ ਨਹੀਂ ਨਿਕਲਦੇ। ਮੈਂ ਕਿਹਾ ਪਿੰਡਾਂ 'ਚੋਂ ਜੇ ਬਾਹਰ ਨਿਕਲ ਵੀ ਜਾਓਗੇ ਪਿੰਡ ਤੁਹਾਡੇ ਅੰਦਰੋਂ ਨਹੀਂ ਨਿਕਲਣਾ, ਕਿਉਂਕਿ ਤੁਹਾਡੇ 'ਚ ਜਿਹੜੀ ਸਮਰੱਥਾ ਹੈ ਉਹ ਪਿੰਡਾਂ ਬਾਰੇ ਲਿਖਣ ਦੀ ਹੈ। ਇਹ ਤਾਂ ਹੈ ਨਹੀਂ ਵੀ ਤੁਸੀਂ ਇੱਥੇ ਬੈਠੇ ਇੰਗਲੈਂਡ ਬਾਰੇ, ਕੈਨੇਡਾ ਬਾਰੇ, ਅਮਰੀਕਾ ਬਾਰੇ ਤੁਸੀਂ ਗੇੜਾ ਵੀ ਨਹੀਂ ਲਾਇਆ, ਨਾਵਲ ਕਹਾਣੀ ਲਿਖਣੀ ਸ਼ੁਰੂ ਕਰ ਦਿਓ। ਕਿਉਂਕਿ ਜਿਹੜਾ ਤੁਹਾਡਾ ਆਪ ਦਾ ਜੀਵਨ ਜਾਂਚ ਹੈ, ਜਿੱਥੋਂ ਤੁਸੀਂ ਸਾਰਾ ਕੁਝ ਆਪ ਦਾ ਸਿੱਖਿਆ, ਜਿਹੜਾ ਜੀਵਨ ਦੇ ਵਿੱਚ ਦੀਆਂ ਪਲ ਪਲ ਨੂੰ ਤੁਸੀਂ ਮਤਲਬ ਕਿ ਉਹਦੀਆਂ ਰੂਬਰੂ ਦੇ ਹੋਏ ਹੋ, ਤੁਹਾਨੂੰ ਪਤਾ ਹੈ ਵੀ ਤੁਸੀਂ ਉਹ ਆਪਦੀ ਮਤਲਬ ਕਿ ਜਿਹੜੇ ਘਟਨਾਵਾਂ ਨੇ ਜਾਂ ਕਹਾਣੀ ਹੈ ਜਾਂ ਕਿਸ ਤਰ੍ਹਾਂ ਉਹਨੂੰ ਤੁਸੀਂ ਪੇਸ਼ ਕਰਨਾ ਹੈ, ਤੁਸੀਂ ਉਹ ਇਸੇ ਸੰਦਰਭ 'ਚ ਹੀ ਮਤਲਬ ਕਿ ਪੇਸ਼ ਕਰ ਸਕਦੇ ਹੋ। ਤੁਸੀਂ ਪਿੰਡਾਂ ਬਾਰੇ ਲਿਖ ਸਕਦੇ ਹੋ, ਬਾਕੀ ਤੁਹਾਡੀ ਮਰਜ਼ੀ ਹੈ। ਤੁਸੀਂ ਬਰਨਾਲੇ ਇੱਕ ਛੋਟਾ ਜਿਹਾ ਸ਼ਹਿਰ ਹੈ, ਜੇ ਇਹ ਕਹੋ ਵੀ ਬਰਨਾਲੇ ਦੇ ਗਲੀਆਂ ਮੁਹੱਲਿਆਂ ਬਾਰੇ ਕੋਈ ਕਹਾਣੀ ਨਾਵਲ ਲਿਖਣ ਦੀ ਸੋਚੋਗੇ, ਇਹ ਮਤਲਬ ਕਿ ਹੈ ਨਹੀਂ ਤੁਹਾਡਾ ਰਸਤਾ। ਉਹ ਪ੍ਰਵਾਸੀ ਜਿਹੜਾ ਦੌਰ ਹੈ, ਉਸ ਪ੍ਰਵਾਸੀ ਦੌਰ ਦਾ ਇੱਕ ਸਾਡੇ ਸਾਹਮਣੇ ਜਿਹੜੀ ਤਸਵੀਰ ਪੇਸ਼ ਹੋਈ ਸੀ, ਜਦੋਂ ਸਾਡੇ ਆਪਣੇ ਦਾ ਮਤਲਬ ਸਾਥੋਂ ਅਗਲੀ ਪੀੜ੍ਹੀ ਨੇ ਬਾਹਰ ਜਾਣਾ ਸ਼ੁਰੂ ਕਰਤਾ। ਹੁਣ ਉਹ ਸਮੱਸਿਆ ਹੀ ਹੋਰ ਨੇਗੀਆਂ। ਪ੍ਰਵਾਸੀਆਂ ਨੇ ਜਿਹੜੇ ਆਪਣੇ ਨਾਵਲ ਕਹਾਣੀਆਂ ਸਮੱਸਿਆਵਾਂ ਲਈਆਂ ਸੀ, ਉਹ ਸਮੱਸਿਆਵਾਂ ਹੀ ਨਹੀਂ ਰਹੀਆਂ, ਕਿਉਂਕਿ ਉਹਨੂੰ ਟੋਟੈਲਿਟੀ ਪੱਧਰ 'ਤੇ ਅਸੀਂ ਸੋਚਿਆ ਹੀ ਨਹੀਂ। ਸਾਨੂੰ ਐਂ ਲੱਗਣ ਲੱਗਾ ਸਾਡਾ ਆਪ ਦਾ ਦੁੱਖ ਹੀ ਬਹੁਤ ਵੱਡਾ ਦੁੱਖ ਹੈ। ਤਾਂ ਮੇਰਾ ਸਿਰਫ ਇਹ ਹੈ ਇੱਕ ਕਹਿਣ ਦਾ ਵੀ ਇੱਕ ਤਾਂ ਇਹ ਦੌਰ ਹੈ ਵੀ ਇੱਕ ਤਾਂ ਸਾਡਾ ਉਹ ਦੌਰ ਸੀ ਜਿੱਥੇ ਅਸੀਂ ਆਪ ਦਾ ਮਾਣ ਫਖਰ ਮਹਿਸੂਸ ਕਰਦੇ ਹਾਂ ਵੀ ਸਾਡਾ ਇੱਕ ਆਪਣਾ ਲਿਟਰੇਚਰ ਹੈ, ਸਾਡਾ ਇੱਕ ਆਪਣਾ ਵਿਰਸਾ ਹੈ, ਸਾਡੇ ਟੈਕਸਟ ਨੇ, ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਹੈ, ਜਿਹਦੇ ਵਿੱਚ ਮਤਲਬ ਕੋਈ ਵੀ ਭਾਸ਼ਾ ਵਿਗਿਆਨੀ ਜਿਹੜਾ ਹੈ ਉਸ 'ਤੇ ਮਤਲਬ ਕਿ ਆਪਣਾ ਵਿਚਾਰ ਪੇਸ਼ ਕਰ ਸਕਦਾ, ਉਹਨੂੰ ਸਮਝ ਸਕਦਾ, ਲੇਕਿਨ ਉਹ ਗੱਲਾਂ ਉਹਨੂੰ ਪ੍ਰਭਾਵਿਤ ਕਰ ਸਕਦੀਆਂ ਨਹੀਂ। ਫਿਰ ਇੱਕ ਇਸ ਤਰ੍ਹਾਂ ਦਾ ਦੌਰ ਆਇਆ ਜਦੋਂ ਸਾਡੇ ਪੰਜਾਬੀ ਸਾਹਿਤ ਨੇ ਪ੍ਰਭਾਵਿਤ ਕਰਨਾ ਮਤਲਬ ਬਿਲਕੁਲ ਖਤਮ ਹੀ ਕਰਤਾ। ਹੁਣ ਪੰਜਾਬ ਬਿਲਕੁਲ ਮੈਂ ਕੋਈ ਲਿਖਦਾ ਨਹੀਂ ਹੈਗਾ, ਮੈਂ ਕੋਈ ਲੇਖਕ ਨਹੀਂ, ਮੈਂ ਜ਼ਰੂਰ ਇਸ ਪਰਿਵਾਰ 'ਚ ਪੈਦਾ ਹੋ ਗਿਆ ਵੀ ਜਿੱਥੇ ਇੱਕ ਰਾਮ ਸਰੂਪ ਅਣਖੀ ਸਾਹਿਬ ਪੈਦਾ ਹੋਏ, ਮੈਂ ਉਹਨਾਂ ਦੇ ਪਰਿਵਾਰ 'ਚੋਂ ਹਾਂ ਅਤੇ ਮੈਂ ਰੋਜੀ ਰੋਟੀ ਲਈ ਉੱਥੇ ਨੌਕਰੀ ਕਰਦਾ 22 ਸਾਲ ਤੋਂ। ਇਹ ਵੀ ਕੋਈ ਵੱਡੀ ਗੱਲ ਨਹੀਂ ਵੀ ਮਾਲੀਗੜ੍ਹ ਯੂਨੀਵਰਸਿਟੀ ਨੌਕਰੀ ਕਰਦਾ ਅਤੇ ਮੈਂ ਜਾਂ ਪਤਾ ਨਹੀਂ ਤਖ਼ਤ 'ਤੇ ਤਾਜ 'ਤੇ ਬਣ ਗਿਆ, ਮੈਂ ਫਰਜ਼ੀ ਡਿਪਾਰਟਮੈਂਟ ਦਾ ਚੇਅਰਮੈਨ ਆ ਵੀ ਪਤਾ ਨਹੀਂ ਕੀ ਮੈਂ ਦੁਨੀਆ ਬਦਲ ਦੂੰਗਾ। ਕੁਛ ਨਹੀਂ ਬਦਲਣਾ, ਪਰ ਇੱਕ ਗੱਲ ਸਪਸ਼ਟ ਜ਼ਰੂਰ ਹੈ ਜਿਹੜੀ ਕਿ ਬਦਲੇ ਚਾਹੇ ਨਾ ਬਦਲੇ, ਪਰ ਜਿਹਦੇ ਵਿੱਚ ਮੈਂ ਆਪਦੇ ਐਕਸਪੀਰੀਅੰਸ 'ਚ ਗੱਲ ਇਹ ਕਹਿਣਾ ਦਾਅਵੇ ਨਾਲ ਗੱਲ ਮੈਂ ਕਹਿਣਾ ਇਹ ਵੀ ਪੰਜਾਬੀ ਸਾਹਿਤ ਦਾ ਇਸ ਵੇਲੇ ਭਾਰਤੀ ਪੱਧਰ 'ਤੇ ਕੋਈ ਸਥਾਨ ਨਹੀਂ। ਉਹ ਕਾਰਨ ਕੀ ਹੈ ਵੀ ਜਦੋਂ ਆਪਦੇ ਸਾਡੇ ਆਪਣੇ, ਉਹਦਾ ਕਾਰਨ ਮੈਂ ਇਹ ਨਹੀਂ ਕਹਿੰਦਾ ਵੀ ਪੰਜਾਬੀ ਜਿਹੜਾ ਸਾਹਿਤਕਾਰ ਹੈ ਉਹਦਾ ਕੱਦ ਛੋਟਾ ਹੈ, ਉਹ ਇਸ ਤਰ੍ਹਾਂ ਦੇ ਮਤਲਬ ਕਿ ਦੌਰ ਵਿੱਚ ਦੀ ਗੁਜ਼ਰ ਰਿਹਾ ਹੈ ਵੀ ਉਹਨੂੰ ਆਪਣਾ ਖੁਦ ਨੂੰ ਹੀ ਨਹੀਂ ਪਤਾ ਵੀ ਉਹ ਕੀ ਚੀਜ਼ ਹੈ। ਜਿਵੇਂ ਸਾਡੇ ਨਾਲ ਉਹ ਬਾਣੀਏ ਕਹਿੰਦੇ ਹੁੰਦੇ ਨੇ ਵੀ ਜਿਹੜੇ ਜੱਟ ਨੇ ਨਾ, ਜੱਟਾਂ ਨੂੰ ਨਹੀਂ ਪਤਾ ਹੁੰਦਾ ਵੀ ਸਾਡੀ ਜ਼ਮੀਨ ਦਾ ਭਾਅ ਕੀ ਹੈਗਾ। ਜੇ ਜੱਟ ਦਾ ਕਿਸੇ ਸ਼ਹਿਰ 'ਚ ਪਲਾਟ ਪਿਆ ਹੋਵੇ ਉਹਨੂੰ ਪਤਾ ਹੀ ਨਹੀਂ ਹੁੰਦਾ ਵੀ ਇਹਦਾ ਰੇਟ ਕਿੰਨਾ ਹੈਗਾ, ਕਿਉਂਕਿ ਸਾਨੂੰ ਆਪ ਦਾ ਨਹੀਂ ਪਤਾ ਸਾਡਾ ਮੁੱਲ ਕੀ ਹੈਗਾ। ਅਸੀਂ ਸਿਰਫ ਅਵਾਰਡ ਦੇ ਚੱਕਰਾਂ ਦੇ ਵਿੱਚ ਸਿਲੇਬਸ 'ਚ ਕਿਤਾਬਾਂ ਲੱਗਣ, ਕੋਈ ਬੰਦਾ ਸਾਡੇ 'ਤੇ ਪਰਚਾ ਲਿਖ ਦੇ, ਮਤਲਬ ਛੋਟੀ ਜਿਹੀ ਉਹੀ ਭਾਸ਼ਾ ਬਾਰੇ ਨਿੱਕੇ ਗੱਲਾਂ ਵੀ ਇਸ ਦਾਇਰੇ 'ਚੋਂ ਅਸੀਂ
ਫਿਰ ਉਹਦਾ ਨੁਕਸਾਨ ਇਹ ਹੋਇਆ ਵੀ ਭਾਸ਼ਾਵਾਂ ਦੇ ਵਿੱਚ ਇੱਕ ਪਾਠ ਵਰਗ ਜਿਹੜਾ ਹੈਗਾ ਨਾ ਤੁਹਾਡੇ ਨਾਲ ਬੜਾ ਜੁੜਦਾ ਹੈ। ਜੇ ਮੈਂ ਤੁਹਾਨੂੰ ਉਦਾਹਰਨ ਦੋ ਤਿੰਨ ਦਿੰਦਾ, ਜਿਵੇਂ ਹੁਣ ਭੀਸ਼ਮ ਸਾਨੀ ਦਾ ਤਮਸ ਜਦੋਂ ਆਇਆ, ਬੜਾ ਪਾਠਕ ਵਰਗ ਉਹਦੇ ਨਾਲ ਜੁੜਿਆ। ਯਸ਼ਪਾਲ ਦਾ ਝੂਠਾ ਸੱਚ ਆਇਆ। ਫਿਰ ਉਸ ਤੋਂ ਬਾਅਦ ਸਾਡੇ ਸ਼ਿਵ ਦੀ ਜਿਹੜੀ ਕਵਿਤਾ ਹੈਗੀ ਆ ਨਾ, ਸ਼ਿਵ ਨੂੰ ਲੋਕ ਜਾਣਦੇ ਨੇ। ਹੁਣ ਦੇਖੋ ਦੁਖਾਂਤ ਕੱਢਿਆ, ਬਹੁਤ ਸਾਰੇ ਬੰਦੇ ਪਾਸ਼ ਨੂੰ ਬਹੁਤ ਲੋਕ ਜਾਣਦੇ ਨੇ। ਪਾਸ਼ ਨੂੰ ਪ੍ਰਸਿੱਧ ਕਰਨ ਦੇ ਵਿੱਚ ਸਭ ਤੋਂ ਵੱਡਾ ਹੱਥ ਜਿਹੜਾ ਹੈਗਾ ਉਹ ਪ੍ਰੋਫੈਸਰ ਚਮਨ ਲਾਲ ਦਾ। ਮੈਂ ਦਾਅਵੇ ਨਾਲ ਕਹਿਣਾ ਵੀ ਜੇ ਪ੍ਰੋਫੈਸਰ ਚਮਨ ਲਾਲ ਇਹ ਮਿਹਨਤ ਨਾ ਕਰਦਾ ਤਾਂ ਪਾਸ਼ ਦੂਸਰੀਆਂ ਭਾਸ਼ਾਵਾਂ ਵਿੱਚ ਕਦੇ ਨਾ ਪਹੁੰਚਦਾ। लेकिन वो अगला दुखांत ये है भी लोग पूछते हैं पाश जैसे और भी कवि हैं आपकी साहित्य में। फिर उन्हें कहना पैंदा हाँ भी बहुत ने होर भाई, तो वो उभर कर क्यों नहीं सामने आए, क्यों नहीं उभरे वो? मगर वो तो चमन लाल नूं पुछो जिहड़े अनुवाद किया पाश नूं, होर कवि भी अनुवाद करने चाहिए ने। ਇਹ ਬੰਦਾ ਇਹ ਗੱਲਾਂ ਨਾ ਬੜੀਆਂ ਉਹਨੇ ਜਦੋਂ ਵੀ ਕਹਿਣ ਦਾ ਮਤਲਬ ਸਾਨੂੰ ਮੌਕਾ ਮਿਲ ਗਿਆ। ਇੱਕ ਵਾਰ ਮੈਂ ਬਜ਼ੁਰਗ ਗੱਲ ਸੁਣਾਉਂਦੇ ਸੀ ਮੈਨੂੰ, ਕਹਿੰਦੇ ਵੀ ਕੋਈ ਨਾ ਸਾਹਿਤਕਾਰ ਨਾ ਚੇਅਰਮੈਨ ਬਣ ਗਿਆ ਕਿਸੇ ਸੰਸਥਾ ਦਾ, ਵੱਡੀ ਭਾਰਤੀ ਸੰਸਥਾ ਦਾ। ਉਹ ਕਹਿੰਦੇ ਵੀ ਚਲੋ ਕਿਤਾਬਾਂ ਅਨੁਵਾਦ ਕਰਾਉਣੀਆਂ ਨੇਗੀਆਂ ਆਪਾਂ ਦੂਜੀਆਂ ਭਾਸ਼ਾਵਾਂ ਦੇ ਵਿੱਚ। ਉਹ ਸਾਰਾ ਉਹਨੇ ਕੂੜਾ ਕਵਾੜਾ ਜਿਹਾ ਆਪਦੇ ਰੱਖ ਕੇ ਸਾਹਮਣੇ ਰੱਖਤਾ। ਕਹਿੰਦਾ ਪਹਿਲਾਂ ਤਾਂ ਆਹ ਕਰੋ ਤੁਸੀਂ ਅਨੁਵਾਦ ਪੰਜਾਬੀ ਦੂਜੀਆਂ ਭਾਸ਼ਾਵਾਂ 'ਚ ਪੰਜਾਬੀ ਤੋਂ, ਫਿਰ ਕਹਿੰਦਾ ਆਪਾਂ ਦੂਜੀਆਂ ਮਤਲਬ ਕਿ ਦੂਜੇ ਲੇਖਕਾਂ ਬਾਰੇ ਫਿਰ ਸੋਚਾਂਗੇ। ਕਿਉਂਕਿ ਲੈ ਦੇ ਕੇ ਸਾਡੇ ਕੋਲ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ। ਮੈਂ ਇਹ ਨਹੀਂ ਕਹਿੰਦਾ ਵੀ ਜਸਵੰਤ ਸਿੰਘ ਕੰਵਲ, ਦਲੀਪ ਕੌਰ ਟਿਵਾਣਾ ਇਹਨਾਂ ਦਾ ਭਾਰਤੀ ਪੱਧਰ 'ਤੇ ਕੋਈ ਨਾਂ ਨਹੀਂ ਹੈਗਾ। ਦਲੀਪ ਕੌਰ ਟਿਵਾਣਾ 0 ਡਿਗਰੀ ਰਾਈਟਿੰਗ। ਫਿਰ ਉਸ ਤੋਂ ਬਾਅਦ ਜਸਵੰਤ ਸਿੰਘ ਕੰਵਲ ਜਾਂ ਗੁਰਬਖਸ਼ ਸਿੰਘ ਪ੍ਰੀਤਲੜੀ, ਇਹ ਬੰਦਿਆਂ ਦਾ ਕੋਈ ਭਾਰਤੀ ਪੱਧਰ 'ਤੇ ਜਾਂ ਇੱਦਾਂ ਕੋਈ, ਦੇਖੋ ਦੋ ਚੀਜ਼ਾਂ ਹੁੰਦੀਆਂ ਨੇਗੀਆਂ। ਇਹ ਕੋਈ ਬੰਦਾ ਕਹੇ ਮੇਰੀਆਂ ਸਾਰੀਆਂ ਕਿਤਾਬਾਂ, ਇੱਕ ਤਾਂ ਹੈ ਡਿਮਾਂਡ ਹੁੰਦੀ ਹੈ, ਮੰਗ ਹੁੰਦੀ ਹੈ ਕਿਸੇ ਚੀਜ਼ ਦੀ ਵੀ ਅਸੀਂ ਕਿਸੇ ਚੀਜ਼ ਦਾ ਅਨੁਵਾਦ ਕਰਦੇ ਹਾਂ। ਇੱਕ ਅਨੁਵਾਦ ਕਰਵਾਏ ਜਾਂਦੇ ਨੇ। ਜਿਹੜੇ ਨਵੇਂ ਸਾਹਿਤਕਾਰ ਨੇ ਉਹਨਾਂ ਨੂੰ ਇਹ ਵਹਿਮ ਹੋ ਗਿਆ ਵੀ ਜਿਹੜੇ ਵੱਡੇ ਸਾਹਿਤਕਾਰ ਸੀ ਨਾ, ਉਹਦੇ ਵਿੱਚ ਵੀ ਫਰਕ ਹੈ। ਇੱਕ ਵੱਡਾ ਸਾਹਿਤਕਾਰ ਹੁੰਦਾ, ਇੱਕ ਮਹਾਨ ਸਾਹਿਤਕਾਰ ਹੁੰਦਾ। ਵੀ ਜਿਹੜੇ ਅਨੁਵਾਦ ਵੀ ਇਹ ਅਨੁਵਾਦ ਕਰਾਂਗੇ ਤਾਂ ਦੂਜੀਆਂ ਭਾਸ਼ਾਵਾਂ ਕੋਲ ਪਹੁੰਚਾਂਗੇ। ਉਹ ਕਮਲਿਓ, ਉਹ ਸੋਥੋਂ ਅਨੁਵਾਦਕ ਪੈਸੇ ਲੈ ਜਾਂਦਾ, ਨਾਲੇ ਸੋਥੋਂ ਪਬਲਿਸ਼ਰ ਪੈਸੇ ਲੈ ਜਾਂਦਾ। ਕਿਉਂ ਐਵੇਂ ਵਹਿਮ 'ਚ ਪਏ ਹੋਏ ਹੋ ਤੁਸੀਂ? ਹੁਣ ਕੋਈ ਕਿਤਾਬ ਨਹੀਂ ਪੜ੍ਹਦਾ ਤੁਹਾਡੀ। ਉਹ ਮੈਨੂੰ ਗਾਲਾਂ ਨਾ ਕਢਾਇਓ ਉਹਨਾਂ ਤੋਂ ਪੈਸੇ, ਜਿਹੜੇ ਸੋਥੋਂ ਪੈਸੇ ਲੈਂਦੇ ਨੇ ਅਨੁਵਾਦ ਕਰਨ ਦੇ। ਉਹਨਾਂ ਦੀ ਰੋਜੀ ਰੋਟੀ ਚੱਲ ਵਿਚਾਰਿਆਂ ਦੀ। ਕੱਚ-ਘੜ ਅਨੁਵਾਦ, ਕੱਚ-ਘੜ ਰਚਨਾਵਾਂ ਦਾ ਕੋਈ ਨਹੀਂ ਪੜ੍ਹਦਾ। ਹਾਂ, ਇਸ ਦੌਰ ਦੇ ਵਿੱਚ ਜਦੋਂ ਆਪਾਂ ਦੇਖੀਏ ਖਾਸ ਕਰਕੇ ਨਾਵਲ ਦੇ ਪੱਧਰ 'ਤੇ ਤਾਂ ਗੁਰਦਿਆਲ ਸਿੰਘ ਜੀ ਬੜੇ ਸਾਡੇ ਵੱਡੇ ਲੇਖਕ ਨੇ, ਪਰ ਉਹ ਬਹੁਤ ਚੁਸਤ ਲੇਖ ਸੀਗੇ। ਉਹਨਾਂ ਨੂੰ ਪਤਾ ਸੀ, ਉਹ ਇੱਕ ਸਕੂਲ ਮਾਸਟਰ ਤੋਂ ਯੂਨੀਵਰਸਿਟੀ ਪਹੁੰਚਿਆ, ਯੂਨੀਵਰਸਿਟੀ ਪਹੁੰਚਣ ਉਹਨੂੰ ਸਾਰੇ ਦਾਅ ਪੇਚ ਆਉਂਦੇ ਸੀ ਵੀ ਆਪਦੀ ਰਚਨਾ ਨੂੰ ਕਿਵੇਂ ਕਿੱਥੇ ਲੈ ਕੇ ਜਾਣਾ ਗਾ। ਮੜੀ ਦਾ ਦੀਵਾ ਤੋਂ ਬਾਅਦ ਅਣਹੋਏ ਅਤੇ ਹੋਰ ਉਹਨਾਂ ਦੇ ਨਾਵਲ। ਫਿਰ ਉਹਨੂੰ ਇੱਕ ਪਬਲਿਸ਼ਰ ਮਿਲਿਆ ਆਧਾਰ ਪ੍ਰਕਾਸ਼ਨ ਵਾਲਾ ਪੰਚਕੂਲੇ, ਉਹਨੇ ਉਹਦੀਆਂ ਕਿਤਾਬਾਂ ਛਾਪੀਆਂ, ਅਨੁਵਾਦ ਕੀਤਾ ਉਹਨਾਂ ਦਾ, ਖੁਦ ਹੀ ਅਨੁਵਾਦ ਕਰਦੇ ਸੀ ਉਹ। ਲੇਕਿਨ ਗੁਰਦਿਆਲ ਤੋਂ ਬਾਅਦ ਇਹ ਬੜਾ ਨਾ ਇਹਦੇ ਪੰਜਾਬੀ ਸਾਹਿਤ ਦੀ ਜਿਹੜੀ ਦੇਸ਼ ਪੱਧਰੀ ਇੱਕ ਸਥਿਤੀ ਆ ਉਹਦੇ ਬਾਰੇ ਗੱਲ ਕਰਨ ਲੱਗੇ ਨਾ, ਇਹ ਤਾਂ ਸੌਦਾ ਮਤਲਬ ਕਿ ਘਾਟੇ ਦਾ ਸੌਦਾ ਹੈ। ਕਿਉਂਕਿ ਬੰਦੇ ਨੇ ਇਹਦੇ ਬਾਰੇ ਬੜਾ ਸੱਚ ਬੋਲਣਾ ਪੈਂਦਾ। ਉਹ ਇਹ ਹੈ ਵੀ ਸਭ ਨੇ ਆਪਣਾ ਆਪਣਾ ਡਮਰੂ ਵਜਾਇਆ, ਔਰ ਕਿਸੇ ਦੀ ਵੀ ਸੰਦੂਖੜੀ ਖੋਲ੍ਹ ਕੇ ਦੇਖ ਲਓ, ਉਹਦੇ ਵਿੱਚ ਤੁਹਾਨੂੰ ਉਹ ਦੱਸੂਗਾ ਦੇਖੋ ਜੀ ਆਹ ਮੇਰੀਆਂ ਚੀਜ਼ਾਂ ਇੱਥੇ ਛਪੀਆਂ ਨੇ, ਆਹ ਮੈਨੂੰ ਉੱਥੋਂ ਆ, ਮੈਨੂੰ ਆਹ ਬਾਲ ਸਾਹਿਤ ਅਵਾਰਡ ਵੀ ਮਿਲ ਗਿਆ, ਮੈਨੂੰ ਯੁਵਾ ਸਾਹਿਤ ਅਵਾਰਡ ਵੀ ਮਿਲ ਗਿਆ, ਮੈਨੂੰ ਸਾਹਿਤ ਅਕਾਡਮੀ ਅਵਾਰਡ ਵੀ ਮਿਲ ਗਿਆ, ਮੈਂ ਉੱਥੇ ਯਾਤਰਾ ਵੀ ਕਰ ਆਇਆ, ਮੈਂ ਉਹਨਾਂ ਨੇ ਫੋਟੋਆਂ ਖਿਚਾਤੀਆਂ ਫੇਸਬੁੱਕ 'ਤੇ ਪਾ ਲਈਆਂ। ਇਹ ਭਾਰਤੀ ਪੱਧਰੀ 'ਤੇ ਪੰਜਾਬੀ ਸਾਹਿਤ ਦੀ ਪਛਾਣ ਦੀ ਗੱਲ ਨਹੀਂ ਰਹੀ। ਹੁਣ ਪਛਾਣ ਨਹੀਂ ਰਹੀ, ਕਿਉਂਕਿ ਇੱਦਾਂ ਦਾ ਜਿਹੜਾ ਹੈ ਨਾ ਵੀ ਹੁਣ ਸਿਰਫ ਜ਼ਰੂਰ ਪਹਿਚਾਣ ਹੈ ਵੀ ਸਾਡੀ ਪੰਜਾਬ ਹੁਣ ਸਿਰਫ ਇਸ ਕਰਕੇ ਜਾਣਿਆ ਜਾਂਦਾ ਵੀ ਪੰਜਾਬ ਦੇ ਪਾਠਕ ਬਹੁਤ ਪਿਆਰੇ ਨੇ, ਬਹੁਤ ਸਿਆਣੇ ਨੇ। ਭਾਰਤ ਦੇ ਵਿੱਚ ਸਭ ਤੋਂ ਵੱਧ ਅਨੁਵਾਦ ਹੋਈਆਂ ਰਚਨਾਵਾਂ ਦੂਜੀਆਂ ਭਾਸ਼ਾਵਾਂ ਤੋਂ ਪੰਜਾਬੀ 'ਚ ਸਭ ਤੋਂ ਵੱਧ ਪੜ੍ਹੀਆਂ ਜਾਂਦੀਆਂ।
ਇਹਦੇ ਵਿੱਚ ਸਭ ਤੋਂ ਵੱਡੀ ਉਦਾਹਰਨ ਦੇਖੋ, ਕਿੰਨੇ ਲੰਬੇ ਸਮੇਂ ਰਸ਼ੀਅਨ ਲਿਟਰੇਚਰ, ਰੂਸੀ ਸਾਹਿਤ ਨੂੰ ਅਸੀਂ ਮਤਲਬ ਕਿ ਜੇ ਦੇਖਿਆ ਜਾਵੇ, ਮੈਂ ਖੁਦ 25-30 ਸਾਲ ਪਹਿਲਾਂ ਅਨੁਵਾਦ ਦੇ ਜ਼ਰੀਏ ਪੜ੍ਹਿਆ। ਹੁਣ ਸਾਡੇ ਕੋਲ ਦੂਜੀਆਂ ਭਾਸ਼ਾਵਾਂ ਦੀਆਂ ਚੀਜ਼ਾਂ ਅਨੁਵਾਦ ਹੋ ਕੇ ਤਾਂ ਪਹੁੰਚ ਰਹੀਆਂ ਨੇਗੀਆਂ, ਪਰ ਸਾਡਾ ਅਨੁਵਾਦ ਜਿਹੜਾ ਹੈਗਾ ਪੰਜਾਬੀ ਭਾਸ਼ਾ ਦੇ ਦੂਜੀਆਂ ਭਾਸ਼ਾਵਾਂ ਦੇ ਵਿੱਚ ਉਹ ਨਹੀਂ ਪਹੁੰਚ ਰਿਹਾ। ਉਹ ਪਹੁੰਚ ਕਿਉਂ ਨਹੀਂ ਰਿਹਾ? ਕਿਉਂਕਿ ਉਹਦੇ ਵਿੱਚ ਕੋਈ ਕਲੀਅਰ ਜੇ ਨਹੀਂ ਹੋ ਰਿਹਾ ਵੀ ਗੱਲ, ਕੋਈ ਉੱਭਰ ਕੇ ਨਾਂ ਨਹੀਂ ਆ ਰਿਹਾ ਵੀ ਕਿਹੜਾ ਬੰਦਾ ਹੈ ਜਿਹੜਾ ਬੰਦਾ ਵੀ ਇਹਨੂੰ ਪੜ੍ਹਨਾ ਚਾਹੀਦਾ। ਜਿਵੇਂ ਹੁਣ ਪੰਜਾਬੀ ਸਾਹਿਤ ਦੇ ਵਿੱਚ ਆਪਾਂ ਦੇਖੀਏ, ਜੇ ਪੰਜਾਬੀ ਧਰਾਤਲ ਨਾਲ ਜਿਹੜੀਆਂ ਰਚਨਾਵਾਂ ਜੁੜੀਆਂ ਹੋਈਆਂ, ਜਿਹਦੇ ਵਿੱਚ ਭੀਸ਼ਮ ਸਾਹਨੀ ਹੈ, ਯਸ਼ਪਾਲ ਹੈ, ਕ੍ਰਿਸ਼ਨਾ ਸੋਭਤੀ ਹੈ, ਰਜਿੰਦਰ ਸਿੰਘ ਬੇਦੀ ਹੈ, ਬਲਰਾਜ ਸਾਹਨੀ ਜੀ ਨੇ, ਬਲਵੰਤ ਸਿੰਘ ਹੈ, ਮੰਟੂ ਹੈ। ਹੁਣ ਇਹ ਬੰਦੇ ਜਦੋਂ ਦੂਜੀਆਂ ਭਾਸ਼ਾਵਾਂ ਦੇ ਵਿੱਚ ਚਲੇ ਗਏ ਤਾਂ ਇਹ ਬੰਦੇ ਹੀ ਪੀੜ੍ਹੀ ਦਰ ਪੀੜ੍ਹੀ ਨੂੰ ਪ੍ਰਭਾਵਿਤ ਕਰਦੇ ਰਹੇ। ਹਾਂ, ਚਲੋ ਆਪਾਂ ਫੇਰ ਕਿਸੇ ਦਿਨ ਗੱਲਾਂ ਇਹ ਕਰਾਂਗੇ ਪੂਰੀਆਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ, ਮਿਹਰਬਾਨੀ।